टेक्नोलॉजी और मशीनरी के दौर के अंदर ये तकरीबन कई सदियां पुरानी खड़ी की मशीन जिससे ओन के धागे से जो खेस तैयार किए जाते हैं, जो कि देहातों में आज भी लोग अपनी बेटियों को, अपनी माँओं बहनों को जहेज़ के अंदर वो तोहफे तहाइफ के साथ जो है ना ये पेश करते हैं। मैं कम से कम मैंने को 45-50 ਸਾਲ ਹੋ ਗਏ ਨੇ ਇਹਦੇ ਤੇ ਬਣਾਉਂਦਿਆਂ ਨੂੰ। ਇਹਨੂੰ ਖੱਡੀ ਬੋਲਦੇ ਨੇ। ਅੱਛਾ। ਇਹ ਪਾਕਿਸਤਾਨ ਤੇ ਹਿੰਦੁਸਤਾਨ ਸੀ ਜਦੋਂ ਇਕੱਠਾ ਸੀ ਤੇ ਉਦੋਂ ਦੀ ਬਣੀ ਹੈ। ਅਸੀਂ ਇਹਦੇ ਤੇ ਤਿਆਰ ਕਰ ਰਹੇ ਹਾਂ ਆਪਣਾ ਸਰਦੀਆਂ ਲੈਣ ਉੱਤੇ ਲੈਣ ਵਾਸਤੇ ਮੋਟੇ ਖੇਸ। ਹਾਂ। ਹੋਰ ਚਾਦਰਾਂ ਵੀ ਬਣ ਜਾਂਦੀਆਂ ਨੇ। ਅੱਛਾ, ਤੁਹਾਡੇ ਬੱਚੇ ਨਹੀਂ ਆਏ ਉਹ ਇਸ ਕੰਮ ਤੇ ਨਹੀਂ ਆਏਗੇ। ਇਹ ਕੰਮ ਦੀ ਕੀ ਸੂਰਤ ਹਾਲ ਹੈ? ਵਾਕਈ ਉਹ ਕਲਚਰ ਖਤਮ ਹੋ ਗਿਆ ਚੀਜ਼ ਬਣਾਉਂਦੇ ਬਣਾਉਂਦੇ? ਇਹ ਕਲਚਰ ਇਸ ਵਾਸਤੇ ਖਤਮ ਹੋ ਗਿਆ ਇਹ ਮੀਆਂ ਬੀਬੀ ਤੋਂ ਬਗੈਰ ਜਿਹੜਾ ਨਾ ਇਹ ਖੇਸ ਨਹੀਂ ਬਣਦਾ ਖੱਡੀ ਤੇ। ਖੇਸ ਤੁਸੀਂ ਕਿਤਨੇ ਦਾ ਬਣਾਉਂਦੇ ਹੋ? ਕਿੰਨੀ ਕੀਮਤ ਹੈ ਤੇ ਕਿੰਨਾ ਟਾਈਮ ਲੱਗਦਾ ਹੈ? ਚਾਚਾ ਕਦੇ ਅਫਸੋਸ ਨਹੀਂ ਹੋਇਆ ਕਿ ਉਹ ਸਾਰੀਆਂ ਪੁਰਾਣੀ ਦਿਹਾਤੀ ਰਵਾਇਤ ਰਸਮੋ ਰਿਵਾਜ ਜੋ ਲੋਕਾਂ ਦੇ ਸੀ, ਇੱਕ ਸਕੂਨ ਵਾਲੀਆਂ ਚੀਜ਼ਾਂ ਸਾਰੀਆਂ ਖਤਮ ਹੋ ਗਈਆਂ ਨੇ। ਸੁਣ ਚਰਖੇ ਦੀ ਮਿੱਠੀ ਮਿੱਠੀ ਗੂ ਵੇ ਮਾਇਆ ਮੈਨੂੰ ਯਾਦ ਆਂਦਾ। ਬਜ਼ੁਰਗਾਂ ਵੱਡਿਆਂ ਦੀਆਂ ਯਾਦਾਂ ਜਿਹੜੀਆਂ ਅਸੀਂ ਸੰਭਾਲ ਕੇ ਰੱਖੀਆਂ ਹਨ। अस्सलाम वालेकुम, मैं हूं आपका मेज़बान नली बादामी। नाजरीन, इस वक्त मैं ज़िला कसूर के एक नवाही गांव में मौजूद हूं और आजकल के टेक्नोलॉजी और मशीनरी के दौर के अंदर ये तकरीबन कई सदियां पुरानी खड़ी की मशीन जिससे ओन के धागे से जो खेस तैयार किए जाते हैं, जो कि देहातों में आज भी लोग अपनी बेटियों को, अपनी माँओं बहनों को जहेज़ के अंदर वो तोहफे तहाइफ के साथ जो है ना ये पेश करते हैं। जदीद दौर के आने के साथ साथ ये सारी चीज़ें ख़त्म हो गई है। मेरे साथ ये मौजूद है, उनसे हम जानते हैं कि ये मशीन से ये क्या क्या चीज़ें तैयार करते हैं, कब से कर रहे हैं। अस्सलाम वालेकुम। वालेकुम अस्सलाम। बुजुर्गो की नाम है ਤੁਹਾਡਾ? ਪਹਿਲੇ ਆਪਣਾ ਨਾਮ। ਮੇਰਾ ਨਾਮ ਸ਼ੌਕਤ ਅਲੀ ਹੈ ਜੀ। ਅੱਛਾ ਸ਼ੌਕਤ ਸਾਹਿਬ, ਮੈਨੂੰ ਇਹ ਦੱਸੋ ਕਿ ਇਹ ਕੰਮ ਤੁਸੀਂ ਕਿੰਨੀ ਦੇਰ ਤੋਂ ਕਰ ਰਹੇ ਹੋ ਤੇ ਇਹ ਕੀ ਚੀਜ਼ਾਂ ਬਣਾਉਂਦੇ ਹੋ ਤੁਸੀਂ? ਇਹ ਮੈਂ ਇਸ ਖੱਡੀ ਤੇ ਖੇਸ ਮੈਂ ਬਣਾਉਣਾ, ਇਹਦੇ ਤੇ ਚਾਦਰਾਂ ਵੀ ਬਣਦੀਆਂ ਨੇ। ਆਪਣੇ ਬੱਚਿਆਂ ਦੇ, ਬੇਟੀਆਂ ਦੇ ਜਹੇਜ਼ ਵਾਸਤੇ ਬਣਦੇ ਨੇ। ਮੈਂ ਕਮ ਸੇ ਕਮ ਮੈਨੂੰ ਕੋਈ 45-50 ਸਾਲ ਹੋ ਗਏ ਨੇ ਇਹਦੇ ਤੇ ਬਣਾਉਂਦਿਆਂ ਨੂੰ। ਅੱਛਾ। ਹਾਂਜੀ। ਤੇ ਤੁਹਾਡੀ ਉਮਰ ਕਿੰਨੀ ਹੈ? ਮੇਰੀ ਉਮਰ ਇਹ ਕਮ ਸੇ ਕਮ ਮੇਰੀ ਉਮਰ ਤੇ 64-65 ਸਾਲ ਦੇ ਕਰੀਬ ਪਹੁੰਚ ਗਈ ਹੈ। ਹਾਂ। ਤੇ ਇਹ ਦੱਸੋ ਕਿ ਇਹ ਜਿਹੜੀ ਲੱਕੜ ਦੀ ਇਤਨੀ ਵੱਡੀ ਮਸ਼ੀਨ ਹੈ ਜਿਹਦੇ ਵਿੱਚ ਆਪਾਂ ਬੈਠੇ ਆ, ਇਹਨੂੰ ਕਹਿੰਦੇ ਕੀ ਨੇ? ਇਹਨੂੰ ਖੱਡੀ ਬੋਲਦੇ ਨੇ। ਅੱਛਾ। ਇਹ ਪਾਕਿਸਤਾਨ ਤੇ ਹਿੰਦੁਸਤਾਨ ਸੀ ਜਦੋਂ ਇਕੱਠਾ ਸੀ ਤੇ ਉਦੋਂ ਦੀ ਬਣੀ ਹੈ। ਉਦੋਂ ਦੇ ਸਾਡੇ ਬਜ਼ੁਰਗ ਵੀ ਅੱਗੇ, ਮੈਂ ਵੀ ਆਣ ਕੇ ਆਪਣਾ ਜ਼ਿੰਦਗੀ ਦਾ ਸਫ਼ਰ ਇੱਥੇ ਮੇਰਾ ਵੀ ਪੂਰਾ ਹੋਇਆ ਖਲੋਤਾ ਹੈ। ਤੇ ਇਹ ਅੱਗੇ ਮਸ਼ੀਨੀ ਦੌਰ ਉਹਨੇ ਦਸਤੀ ਬਣਨ ਵਾਲਾ ਜਿਹੜਾ ਕੰਮ ਹੈ ਆਸਤਾ ਆਸਤਾ ਖਤਮ ਹੁੰਦਾ ਜਾਂਦਾ ਹੈ। ਅੱਛਾ, ਇਹ ਖਾਡੀ ਦੀ ਮਸ਼ੀਨ ਜਿਹੜੀ ਹੈ ਇਹਦੇ ਨਾਲ ਤੁਸੀਂ ਕੀ ਕੀ ਚੀਜ਼ਾਂ ਤਿਆਰ ਕਰਦੇ ਹੋ ਤੇ ਤੁਸੀਂ ਕੀ ਤਿਆਰ ਕਰਦੇ ਹੋ? ਅਸੀਂ ਇਹਦੇ ਤੇ ਤਿਆਰ ਕਰ ਰਹੇ ਹਾਂ ਆਪਣਾ ਸਰਦੀਆਂ ਲੈਣ ਉੱਤੇ ਲੈਣ ਵਾਸਤੇ ਮੋਟੇ ਖੇਸ। ਹਾਂ। ਹੋਰ ਚਾਦਰਾਂ ਵੀ ਬਣ ਜਾਂਦੀਆਂ ਨੇ। ਤੇ ਬਸ ਇਹ ਦੋ ਚੀਜ਼ਾਂ ਬਣਾ ਰਹੇ ਹਾਂ। ਹੋਰ ਸਾਡੇ ਕੋਲ ਹੋਰ ਵੀ ਸ਼ਾਇਦ ਕੱਪੜਾ ਵੀ ਬਣਦਾ ਹੈ। ਕੱਪੜੇ ਵੀ ਬਣਦੇ ਨੇ? ਕੱਪੜਾ ਵੀ ਬਣਦਾ, ਉਹ ਸਾਡੇ ਕੋਲ ਜ਼ਾਰ ਬਰੀਕ ਨਹੀਂ ਹੈਗੇ। ਹੁਣ ਇਸ ਵਕਤ ਬਸ ਆਪਣੇ ਮੇਰੇ ਕੋਲ ਮੋਟੇ ਖੇਸ ਬਣਾਉਣ ਵਾਸਤੇ। ਅੱਛਾ, ਇਹ ਤੁਸੀਂ ਸੈਟਅਪ ਆਪਣੇ ਘਰ ਵਿੱਚ ਹੀ ਲਾਇਆ? ਇਹ ਘਰ ਵਿੱਚ ਹੀ ਲਾਇਆ। ਕਿਤੇ ਪਹਿਲੇ ਕੌਣ ਕੰਮ ਕਰਦੇ ਸੀ? ਤੁਹਾਡੀ ਫੈਮਿਲੀ ਦਾ ਸਾਰਾ ਖਾਨਦਾਨ ਵੀ ਇਹ ਕੰਮ ਹੀ ਕਰਦਾ ਸੀ? ਮੇਰਾ ਵਾਲਿਦ ਵੀ ਕਰਦਾ ਸੀ ਤੇ ਅੱਗੇ ਫਿਰ ਮੈਂ ਵੀ ਕਰ ਰਿਹਾ ਹੈਗਾ। ਠੀਕ ਹੈ। ਹਾਂਜੀ। ਤੇ ਇਹ ਕਿੰਨੇ ਅਰਸੇ ਤੋਂ ਕਰ ਰਹੇ? ਤੁਹਾਡੇ ਦਾਦਾ ਨੇ ਸ਼ੁਰੂ ਕੀਤਾ ਸੀ, ਉਦੋਂ ਤੋਂ ਚੱਲਦਾ? ਇਹ ਪਹਿਲੇ ਸਾਡਾ ਮੇਰਾ ਦਾਦਾ ਜਿਹੜਾ ਸੀ ਉਹ ਛੋਟੀ ਖੱਡੀ ਬਣਾਉਂਦਾ, ਇਹ ਜ਼ਮੀਨ ਚ ਟੋਇਆ ਖੋਦ ਕੇ ਉਹ ਖੇਸ ਬਣਾਉਂਦੇ। ਉਸ ਤੋਂ ਬਾਅਦ ਅੱਗੇ ਮੇਰੇ ਵਾਲਿਦ ਹਰੀ ਉਹਨਾਂ ਫਿਰ ਵੱਡੀ ਖੱਡੀ ਇੱਕ ਬਰੇ ਸੀਨ ਸਲਾਈ ਨਹੀਂ ਕਰਨੇ ਪੈਂਦੇ, ਇਹ ਬਣਾ ਰਹੇ ਸੀ। ਉਦੋਂ ਦਾ ਫਿਰ ਨਾਲ ਮੈਂ ਵੀ ਚੱਲਦਾ ਇਹ ਬਣਾ ਰਿਹਾ। ਅੱਗੇ ਅਲਹਮਦੁਲਿਲਾ ਹੁਣ ਜ਼ਿੰਦਗੀ ਦਾ ਸਫ਼ਰ ਨਜ਼ਦੀਕ ਪਹੁੰਚ ਰਿਹਾ ਹੈ। ਅੱਛਾ, ਤੁਹਾਡੇ ਬੱਚੇ ਨਹੀਂ ਆਏ ਉਹ ਇਸ ਕੰਮ ਤੇ ਨਹੀਂ ਆਏਗੇ? ਇਹ ਕੰਮ ਦੀ ਕੀ ਸੂਰਤ ਹਾਲ ਹੈ? ਵਾਕਈ ਉਹ ਕਲਚਰ ਖਤਮ ਹੋ ਗਿਆ ਚੀਜ਼ ਬਣਾਉਂਦੇ ਬਣਾਉਂਦੇ? ਇਹ ਕਲਚਰ ਇਸ ਵਾਸਤੇ ਖਤਮ ਹੋ ਗਿਆ ਇਹ ਮੀਆਂ ਬੀਬੀ ਤੋਂ ਬਗੈਰ ਜਿਹੜਾ ਨਾ ਇਹ ਖੇਸ ਨਹੀਂ ਬਣਦਾ ਖੱਡੀ ਤੇ। ਅੱਜ ਕੱਲ ਨੌਜਵਾਨ ਜਿਹੜੇ ਬੱਚੇ ਨੇ ਇਸ ਕੰਮ ਨੂੰ ਇਸ ਵਾਸਤੇ ਨਹੀਂ ਅੱਛਾ ਸਮਝਿਆ ਸੀ। ਆਪਣੀ ਬੀਬੀ ਨੂੰ ਨਾਲ ਬੱਚੇ ਚਾਚਾ ਉਹ ਕਿਵੇਂ ਕੰਮ ਕਰਨ ਆ ਗਏ ਹੈ ਬਗੈਰ ਬਿਜਲੀ? ਅੱਛਾ, ਤੁਸੀਂ ਮੈਨੂੰ ਇਹ ਦੱਸੋ ਕਿ ਤੁਹਾਡੀ ਬੀਵੀ ਵੀ ਨਾਲ ਤੁਹਾਡੇ ਕੰਮ? ਮੇਰੀ ਬੀਵੀ ਨਾਲ ਆਪਣੇ ਰੀਲਾ ਰੂਲਾ ਨਾਲ ਉਹ ਵੀ ਬਣਾ ਦੀ ਚਰਖੇ ਤੇ। ਅੱਗੇ ਫਿਰ ਮੈਂ ਵੀ ਇਹ ਕੰਮ ਕਰਨਾ। ਇਹਦੀ ਵਜ੍ਹਾ ਤੋਂ ਇਹ ਅੱਗੇ ਕਾਰੋਬਾਰ ਘਟਦਾ ਜਾਂਦਾ। ਇੱਕ ਖੇਸ ਤੁਸੀਂ ਕਿਤਨੇ ਦਾ ਬਣਾਉਂਦੇ ਹੋ? ਕਿੰਨੀ ਕੀਮਤ ਹੈ ਤੇ ਕਿੰਨਾ ਟਾਈਮ ਲੱਗਦਾ? ਇਹਦੇ ਦੇ ਟਾਈਮ ਇੰਨਾ, ਮੈਂ 2 ਦਿਨ ਮੇਰੇ ਲੱਗਣ ਦੇ ਖੇਸ ਬਣਾਉਣ ਵਾਸਤੇ। ਬਣਾਉਣ ਨੂੰ ਤਾਂ ਪਹਿਲੇ ਜਦੋਂ ਜਵਾਨੀ ਦਾ ਟਾਈਮ ਸੀ ਮੈਂ 4-4 ਵੀ ਬਣਾ ਰਿਹਾ।
ਚਾਚੇ ਦਾ ਜਵਾਨੀ ਦੇ ਟਾਈਮ ਵਿੱਚ ਉਹ ਫੁੱਲ ਮੈਂ ਚਾਰ ਵੀ ਬਣਾਉਂਦਾ ਰਿਹਾ, ਫਿਰ ਵਕਤ ਨਾਲ ਥੱਲੇ ਹੁਣ ਮੈਂ ਅੱਧਾ ਕੋਈ ਦਿਹਾੜੀ ਦਾ ਕੇਸ ਬਣਾਉਣਾ, ਇੱਕ ਕੇਸ 2 ਦਿਨ ਦਾ ਬਣਦਾ ਹੈ। ਅੱਛਾ, ਰੋਜ਼ਗਾਰ ਇਸ ਦੇ ਨਾਲ ਸ਼ੁਕਰ ਉਸ ਮਾਲਕ ਦੀ ਜ਼ਾਤ ਦਾ, ਅੱਲਾਹ ਪਾਕ ਰੋਜ਼ੀ ਦੇ ਰਹੀ ਹੈ। ਅੱਛਾ, ਬੱਚੇ ਕਿਤਨੇ ਨੇ? 2 ਬੱਚੇ ਨੇ। ਉਹ ਕੀ ਕਰਦੇ? ਉਹ ਇਸ ਮਾਮਲੇ 'ਚ ਨਹੀਂ ਆਏ ਹੈਗੇ, ਆ ਪੜ੍ਹਦੇ। ਅੱਛਾ ਜੀ ਪੜ੍ਹਦੇ ਨੇ। ਤੇ ਇਹ ਜਿਹੜੀ ਮਸ਼ੀਨ ਲਾਈ ਹੈ ਕਮ ਸੇ ਕਮ ਕਿੰਨੀ ਪੁਰਾਣੀ ਮਸ਼ੀਨ ਹੈ? ਇੱਕ ਪੁਰਾਣੀ, ਜਦੋਂ ਇੰਡੀਆ ਪਾਕਿਸਤਾਨ ਇਕੱਠੇ ਸੀ ਉਦੋਂ ਦੇ ਸਾਡੇ ਵੱਡੇ ਨੂੰ ਇਹਦੇ ਤੇ ਬਣਾਉਂਦੇ ਆਏ ਨੇ। अब ਹੁਣ ਆਣ ਕੇ ਮੈਂ ਬਣਾ ਰਿਹਾ, ਮੇਰੇ ਤੋਂ ਅੱਗੇ ਕੰਮ ਖਤਮ ਹੋ ਗਿਆ, ਜ਼ਿੰਦਗੀ ਦਾ ਸਫਰ ਯਾਨੀ ਇਹ ਉਸ ਬਾਅਦ ਕਿਸੇ ਬਾਅਦ ਖਤਮ ਹੋ ਗਿਆ ਜੀ। ਮੈਂ 64-65 ਸਾਲ ਦੀ ਉਮਰ ਹੈ, ਅੱਗੇ ਅਨਕਰੀਬ ਮਾਲਕ ਸੋਣਾ ਜ਼ਿੰਦਗੀ ਦੇ ਕਿੰਨਾ ਕੁ ਸਫਰ ਹੈ, ਇਹ ਖਤਮ ਹੋ ਗਿਆ ਅੱਗੇ। ਚਾਚਾ ਕਦੇ ਅਫਸੋਸ ਨਹੀਂ ਹੋਇਆ ਕਿ ਉਹ ਸਾਰੀਆਂ ਪੁਰਾਣੀ ਦਿਹਾਤੀ ਰਵਾਇਤ, ਰਸਮੋ ਰਿਵਾਜ ਜੋ ਲੋਕਾਂ ਦੇ ਸੀ, ਇੱਕ ਸਕੂਨ ਵਾਲੀਆਂ ਚੀਜ਼ਾਂ ਸੀ, ਸਾਰੀਆਂ ਖਤਮ ਹੋ ਗਈਆਂ ਨੇ? ਤੇ ਬਿਲਕੁਲ ਤੁਸੀਂ ਕਹਿ ਰਹੇ ਹੋ ਜਿਵੇਂ ਇਹ ਕੰਮ ਵੀ ਤੁਹਾਡੇ ਤੋਂ ਬਾਅਦ ਕਿਸੇ ਨੇ ਨਹੀਂ ਕਰਨਾ, ਨਹੀਂ ਤੇ ਖਤਮ। ਕੀ ਵਜ੍ਹਾ ਇਹਦੀ? ਕਿਵੇਂ ਤੁਸੀਂ ਸੋਚ ਕੇ ਕਦੇ ਦਿਮਾਗ ਨਹੀਂ ਕਰਦਾ ਕਿ ਲੋਕ ਕਿੰਨਾ ਅੱਗੇ ਚਲੇ ਗਏ? ਇਹਦੀ ਇਹ ਵਜ੍ਹਾ ਬੇਟੇ, ਇਹ ਕੰਮ ਕਰਿਆ ਨਾ, ਘਰ ਦੀ ਰੋਟੀ ਜਿਹੜੀ ਨਾ, ਘਰ ਦਾ ਗੁਜ਼ਾਰਾ ਮਸਾ ਹੁੰਦਾ ਹੈ। ਕਿਸੇ ਕੋ ਮਹਿਮਾਨ ਨਵਾਜ਼ੀ ਕਰ ਜਾਣਾ ਹੋਵੇ, ਉਹ ਖਰਚਾ ਨਹੀਂ ਮਿਲਦਾ ਹੈਗਾ। ਇਹਦੀ ਵਜ੍ਹਾ ਤੋਂ ਅੱਗੇ ਬੱਚੇ ਵੱਲ ਨਹੀਂ ਸਿੱਖਿਆ, ਨਹੀਂ ਇਹ ਕੰਮ ਕਰਦੇ। ਉਹਨਾਂ ਨੂੰ ਤੁਸੀਂ ਕੀ ਮਸ਼ਵਰਾ ਦੇਣਾ ਚਾਹੋਗੇ? ਉਹਨਾਂ ਕਿਹੜੇ ਕੰਮ ਵਿੱਚ ਉਹਨਾਂ ਨੂੰ ਮਸ਼ਵਰਾ ਹੈ ਵੀ ਬੇਟੇ ਤੁਸੀਂ ਜਿਹੜਾ ਅੱਛਾ ਕੰਮ ਸਮਝਦੇ ਜੇ ਉਹ ਆਪਣਾ ਕਰੋ। ਬੱਚੇ ਨੂੰ ਧੱਕੇ ਨਾਲ, ਦਬਾਅ ਨਾਲ ਨਹੀਂ, ਜਿਹੜਾ ਤੁਹਾਨੂੰ ਸ਼ੌਕ ਹੈ ਆਪਣਾ ਉਹ ਤੁਸੀਂ ਕਰੋ, ਤੁਸੀਂ ਇਹ ਨਹੀਂ ਕਰਨਾ। ਅੱਛਾ, ਤੁਹਾਡੇ ਕੋਲ ਕਿੱਥੋਂ ਲੋਕ ਹੈ ਖੇਸ ਬਣਵਾਉਣਾ? ਮੇਰੇ ਕੋਲ ਬਾਬਾ ਗਾਉਂ ਦੇ ਵੀ ਆ ਜਾਂਦੇ ਨੇ, ਸ਼ਹਿਰ ਦੇ ਵੀ ਆ ਜਾਂਦੇ ਨੇ, ਜਿਨ੍ਹਾਂ ਨੂੰ ਸ਼ੌਕ ਹੈ ਆਪਣੀਆਂ ਬੱਚੀਆਂ ਨੂੰ, ਆਪਣੀਆਂ ਬੇਟੀਆਂ ਨੂੰ ਦੇਣ ਵਾਸਤੇ, ਜੇਜ ਵਾਸਤੇ, ਉਹ ਮੇਰੇ ਕੋਲ ਆ ਕੇ ਬਣਵਾਉਣ। ਅੱਛਾ, ਇਹ ਜਿਹੜਾ ਮਸ਼ੀਨੀ ਬਣਾਇਆ ਜਾਂਦਾ ਹੈ ਇਹ ਖੇਸ ਜੀ, ਤੇ ਜਿਹੜਾ ਤੁਸੀਂ ਤਿਆਰ ਕਰਦੇ ਹੋ, ਅੱਛਾ ਕਿਹੜਾ ਬੰਦਾ ਦੋਨੋਂ? ਇਹਦੇ ਚੋਂ ਅੱਛਾ ਜਿਹੜਾ ਆਪਾਂ ਦਸਤੀ ਬਣਾਵਾਂਗੇ, ਅੱਛਾ ਖੇਸ ਜਿਹੜਾ ਦਸਤੀ ਹੈ 2 ਕਿਲੋ ਦੇ ਇੱਕ ਖੇਸ ਵਜਨ ਪਹੁੰਚੇਗਾ। ਮਸ਼ੀਨ ਮਿਲੇਗੀ ਆਪਾਂ ਨੂੰ 3 ਪਾ ਦਾ, ਕਿਲੋ ਦਾ, ਅੱਧਾ ਕਿਲੋ ਦਾ, ਇਸ ਤੋਂ ਵੱਧ ਨਹੀਂ ਬਣਨਾ। ਅੱਛਾ, ਕਿਤਨਾ ਇਹ ਜਿਹੜਾ ਓਨ ਲੱਗਦਾ ਤੇ ਇੱਕ ਉਹਨਾਂ ਦਾ ਜਿਹੜਾ ਨਾ ਧਾਗਾ ਲੱਗਦਾ ਤੇ ਇਹ ਤਿਆਰ ਹੋ ਜਾਂਦਾ? ਇਹ ਆਪਣਾ ਤੁਹਾਨੂੰ ਦੱਸਿਆ ਨਾ ਵੀ ਅੱਜ ਜਿੰਦੇ ਚ ਆਪਾਂ ਹੁਣ ਇੱਥੇ ਇਸ ਵਕਤ ਖੜੇ ਆ ਮੌਜੂਦ ਹੈ, 2 ਕਿਲੋ ਦਾ ਇੱਕ ਖੇਸ ਬਣੇਗਾ। ਅੱਛਾ, ਇੱਕ ਖੇਸ 2 ਕਿਲੋ ਦਾ ਇੱਕ ਖੇਸ ਬਣੇਗਾ। ਅੱਛਾ, ਤੇ ਆਖਰ ਵਿੱਚ ਜਿਹੜੇ ਬੜੇ ਜਦੀਦ ਤਰੀਕੇ ਨਾਲ, ਮਸ਼ੀਨਰੀ ਨਾਲ, ਤੇਜ਼ ਕਿਸਮ ਤੇ ਬਣਾ ਰਹੇ ਨੇ, ਉਹਨਾਂ ਨੂੰ ਤੁਹਾਡਾ ਕੀ ਮੈਸੇਜ ਹੈ ਜੀ? ਪਾਕਿਸਤਾਨੀਆਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਯਾਨੀ ਤੁਹਾਡੇ ਕੋਲ ਇਹ ਚੀਜ਼ਾਂ ਹਾਲੇ ਉਹਨਾਂ ਨੂੰ ਰਵਾਇਤ ਨੂੰ ਦੁਬਾਰਾ ਜ਼ਿੰਦਾ ਰੱਖਣਾ ਚਾਹੀਦਾ ਜਾਂ ਬਸ ਅੱਗੇ ਮਸ਼ੀਨਰੀ ਦੇ ਦੌਰ ਵਿੱਚ? ਇਹ ਹੁਣ ਬੇਟੇ ਮੇਰਾ ਤਾਂ ਇਹ ਪੈਗਾਮ ਹੈ ਜਿਹੜਾ ਨੇ, ਹੁਣ ਅਸੀਂ ਜਿਹੜੇ ਬਜ਼ੁਰਗ ਵੱਡੇ ਦੁਨੀਆ ਤੋਂ ਰੁਖਸਤ ਹੋ ਗਏ ਆ, ਇਹ ਹੁਣ ਅੱਗੇ ਇਸ ਵਾਸਤੇ ਕੰਮ ਜਿਹੜਾ ਇਹ ਖਤਮ ਹੋ ਗਿਆ ਹੈ। ਹੁਣ ਅੱਗੇ ਨੌਜਵਾਨ ਬੱਚੇ ਕੋਈ ਆਪਣਾ ਕੋਈ ਦੁਕਾਨ ਦਾ ਕੋਈ ਕਾਰੋਬਾਰ ਸਿਲਸਿਲਾ ਚਲਾਉਂਦੇ ਨੇ, ਇਸ ਤੋਂ ਅੱਗੇ ਫਿਰ ਇਹ ਕੰਮ ਖਤਮ ਹੋ ਗਿਆ। ਸੁਣ ਚਰਖੇ ਦੀ ਮਿੱਠੀ ਮਿੱਠੀ ਗੂ ਵੇ ਮਾਇਆ मैनू याद आंदा, और हमने बड़ी ही मुश्किल के साथ ये चरखा ढूंढा है और ये बुजुर्ग ढूंढे हैं जो अपनी पुरानी रवायात और कल्चर के साथ जुड़े हुए हैं। ये चरखा इसे कहते हैं। मेरे साथ ये बुजुर्ग मौजूद हैं, इनसे हम जानते हैं कि इसे क्या कहते हैं और ये क्या क्या चीजें बनाते हैं इससे। अस्सलाम वालेकुम। वालेकुम अस्सलाम। चाचा जी ਇਹਨੂੰ ਕੀ ਕਹਿੰਦੇ ਨੇ ਪਹਿਲੇ? ਇਹਨੂੰ ਜੀ ਚਰਖਾ ਕਹਿੰਦੇ ਨੇ। ਇਹਨੂੰ ਸਾਡੇ ਵੱਡੇ ਜਿਹੜੇ ਇਹਦੇ ਤੇ ਖੇਸ, ਚਾਦਰਾਂ, ਉਹ ਯਾਦਗਾਰਾਂ, ਅਸੀਂ ਵੀ ਉਹਨਾਂ ਦੀ ਔਲਾਦ ਅੱਗੇ ਸੰਭਾਲ ਕੇ ਲੈ ਕੇ ਆ ਰਹੇ ਹਾਂ। ਅੱਛਾ ਅੱਛਾ, ਇਹ ਚਾਚਾ ਜੀ ਇਹ ਹੱਥ ਤੇ ਹੀ ਚਰਖਾ ਕੰਮ ਕਰਦਾ? ਇਹਦੇ ਤੇ ਰੀਲਾਂ ਵੀ ਬਣਾਈਆਂ ਜਾਂਦੀਆਂ ਨੇ, ਸਾਰੀਆਂ ਚੀਜ਼ਾਂ ਹੁੰਦੀਆਂ? ਇਹਦੇ ਤੇ ਹੱਥ ਤੇ ਸਾਰਾ ਕੁਝ ਬਣਾਇਆ ਜਾਂਦਾ, ਰੀਲਾਂ ਵੀ, ਤੇ ਇਹਨੂੰ ਬੱਤੀ ਦੇਣ ਦੀ ਤੇ ਕੋਈ ਜ਼ਰੂਰਤ ਨਹੀਂ ਹੈਗੀ। ਅੱਛਾ, ਹਾਂ, ਇਸ ਦੀ ਬੱਤੀ ਦੀ ਜ਼ਰੂਰਤ ਨਹੀਂ, ਦਿਨ ਰਾਤ ਜਦੋਂ ਮਰਜ਼ੀ ਕਰੋ। ਅੱਛਾ, ਇਹ ਕਿੰਨਾ ਪੁਰਾਣਾ ਹੈ? ਇਹਨੂੰ ਕਿੰਨੀ ਪੁਰਾਣਾ ਤਕਰੀਬਨ ਕੋ ਮੇਰਾ ਖਿਆਲ ਕੋ 60 70 ਸਾਲ ਦਾ। ਬਜ਼ੁਰਗਾਂ ਵੱਡਿਆਂ ਦੀਆਂ ਯਾਦਾਂ ਜਿਹੜੀਆਂ ਅਸੀਂ ਸੰਭਾਲ ਕੇ ਰੱਖੀਆਂ ਹਨ। ਅੱਛਾ, ਇਹ ਚਰਖਾ ਇਹਨੂੰ ਇਹ ਹੱਥ ਨਾਲ ਗੇੜ ਕੇ ਤੇ ਦੂਸਰਾ ਬੰਦਾ, ਇਹਦੇ ਵਾਸਤੇ ਕੋਈ ਬੰਦੇ ਦੀ ਜ਼ਰੂਰਤ ਨਹੀਂ ਹੁੰਦੀ? ਇਹਦੇ ਵਾਸਤੇ ਜਦੋਂ ਕੰਮ ਕਰੀਦਾ ਸਾਨੂੰ ਆਪਦੇ ਸਾਥੀ ਦੀ ਜ਼ਰੂਰਤ ਹੁੰਦੀ ਹੈ। ਉਹ ਇਹਦੇ ਤੇ ਫਿਰ ਆਪਣੇ ਇਸ ਤਰ੍ਹਾਂ ਨਲੀਆਂ, ਨੜੇ, ਰੀਲਾਂ ਬਣਾਦੇ ਨੇ, ਅੱਗੇ ਫਿਰ ਜਾ ਕੇ ਖੇਸ ਬਣਾਏ ਦੇ। ਬਿਲਕੁਲ। ਅੱਛਾ ਬਜ਼ੁਰਗੋ, ਐਂਡ ਤੇ ਜਿਹੜਾ ਨਾ ਤੁਸੀਂ ਇਹ ਦੱਸੋ ਕਿ ਇਹ ਜਿਹੜਾ ਨਾ ਇਹ ਕਿੰਨਾ ਕੁ ਮਜ਼ਬੂਤ ਹੈ? ਇਹ ਤਾਂ ਬਣਾਇਆ ਗਿਆ ਬਿਲਕੁਲ ਲੱਕੜੀ ਦਾ ਬਣਾਇਆ ਗਿਆ? ਹਾਂਜੀ ਹਾਂਜੀ ਭਾਈ, ਮਜ਼ਬੂਤ ਹੈ, ਬੜਾ ਅੱਛੇ ਕਾਰੀਗਰ ਦਾ ਬਣਾਇਆ ਗਿਆ। ਉਸ ਵਕਤ ਹੋਇਆ ਹਾਸਲ, ਇਹ ਕਾਰੀਗਰ ਬਣਾਉਂਦਾ ਹੈ, ਸਾਡੇ ਵੱਡਿਆਂ ਨੂੰ ਉਹਨਾਂ ਕੋਲੋਂ ਜਾ ਕੇ ਮਿਸਤਰੀਆਂ ਕੋਲੇ ਬਣਾਇਆ ਗਿਆ ਹੈਗਾ। ਅੱਛਾ ਕਾਰੀਗਰ ਨੂੰ ਉਸ ਵੇਲੇ ਮਿਲਦੇ ਸੀ। ਹੁਣ ਇਸ ਵਕਤ ਉਹ ਦੁਨੀਆ ਤੋਂ ਕਾਰੀਗਰ ਵੀ ਰੁਖਸਤ ਦੁਨੀਆ ਤੋਂ ਟੁਰ ਗਏ, ਸਾਡੇ ਵਾਲਿਦ ਸਾਹਿਬ ਵੀ ਟੁਰ ਗਏ, ਅਨਕਰੀਬ ਸਾਡੀ ਵੀ ਹੁਣ ਤਿਆਰੀ ਹੋ ਰਹੀ है। कुल्लु नफ्सिन ज़ाइक़तुल मौत, हर जो है नफ्स उसने मौत का जायका चखना है। नाज़रीन,
یہ بڑی ہی کمال کی چیزیں ہیں. یقین جانیں کہ آپ کا کبھی ٹائم لگے تو آپ ان چیزوں کو ضرور سکرول کیجیے گا. سوشل میڈیا سکرولنگ کرنے کے علاوہ صرف ویڈیو ہی مت دیکھیے گا, آپ ان علاقوں میں جا کے خود کبھی ڈھونڈیں کہ یہ پرانی چیزیں پہلے کے دور میں کس طرح لوگ یوز کرتے تھے اور اس کو کن کن چیزوں میں استعمال کرتے تھے. آپ کو یقیناً مزہ آئے گا کہ آپ کی جو پرانے دور کی پرانے کلچر اور روایات ہیں وہ آج بھی اسے دیکھ کر, اسے جو ہے فیل کر کے, ان کی چیزیں بنتی ہوئیں جو پورے پاکستان میں آج بھی ان روایات کو زندہ رکھنے کے لیے لوگ یہ چیزیں کر رہے ہیں. ورنہ ٹیکنالوجی اور جدید دور کے اندر کوئی ایسی چیز نہیں ہے جو نہیں بنا رہے, لیکن آرٹیفیشل تو ایک آرٹیفیشل ہی ہوتا ہے. اور چاچا جڑی ایک آرگینک چیز آپ بنائی جی وہ پھر اپنا مزہ آتا ہے. سانو اجازت دیجیے گا. اللہ نگہبان.